ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੇ ਭੋਗ ਪੈ ਚੁੱਕੇ ਹਨ। ਕੱਲ ਕੁਝ ਜ਼ਰੂਰੀ ਇਤਿਹਾਸਕ ਪੱਖ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਜੋ ਸਰੂਪਾਂ ਨੇ ਵੱਖੋ ਵੱਖਰੇ ਸਮੇਂ ਤੇ ਬਖਸ਼ਿਸ਼ ਕੀਤੀ ਕਿਹਾ ਜੋ ਬਚਨ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਗੋਪਾਲੇ ਦੀ ਸਾਖੀ ਸੁਣੀ ਸੀ। ਜਪਜੀ ਸਾਹਿਬ ਸ਼ੁੱਧ ਸ਼ਰਵਣ ਕੀਤਾ ਅਤੇ ਮਹਾਤਮ ਦੱਸਣ ਦੀ ਲੋੜ ਨਹੀਂ ਪਈ। ਗੁਰਾਂ ਨੇ ਬਹੁਤ ਦਾਤਾਂ ਦਿੱਤੀਆਂ। ਭਾਈ ਗੋਪਾਲਾ ਨੂੰ ਬ੍ਰਹਮ ਗਿਆਨ ਦਿੱਤਾ, 21 ਕੋਲਾਂ ਤਰਨਗੀਆਂ ਇਤਿਆਦਿਕ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ। ਇਸੇ ਤਰ੍ਹਾਂ ਹੀ ਜਪ ਮਹਾਤਮ ਬਹੁਤ ਚਿਰ ਪਹਿਲਾਂ 1962 ਦੇ ਵਿੱਚ 1 ਫਰਵਰੀ ਨੂੰ ਖਾਲਸਾ ਸਮਾਚਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਰਿਲੀਜ਼ ਹੁੰਦਾ ਹੈ ਉਹਦੇ ਵਿੱਚ ਛਪਿਆ ਸੀ। ਇਹ ਜਪ ਕਰਤੇ ਪੁਰਖ ਕਾ ਸੱਚ ਨਾਨਕ ਕੀਆ ਬਖਾਣ, ਜਗਤ ਉਦਾਹਰਨ ਕਾਰਨੇ ਧੁਰੋਂ ਹੋਆ ਫੁਰਮਾਨ, ਅੰਮ੍ਰਿਤ ਵੇਲਾ ਸੱਚ ਨਾਮ ਜਪ ਪੜ੍ਹਿਆ ਕਰ ਇਸ਼ਨਾਨ, ਹੇਤ ਚਿੱਤ ਕਰ ਜੋ ਜਪ ਪੜ੍ਹੇ ਦਰਗਹ ਪਾਵੈ ਮਾਨ, ਜੰਮਣ ਮਰਨਾ ਕੱਟਿਐ ਜਪ ਸੰਗ ਲਾਵੈ ਧਿਆਨ, ਜਿਉਂ ਜਿਉਂ ਜਪ ਕੋ ਪੜ੍ਹੇ ਅਵਸਰ ਜਿਤੇ ਨਿਦਾਨ, ਜੋ ਮਨਸਾ ਮਨ ਮਹਿ ਧਰੇ ਸੋ ਪੂਰਨ ਕਰੈ ਭਗਵਾਨ, ਅਹਨਿਸ ਜਪ ਜਪਦਾ ਰਹੇ ਦਾਸ ਨਾਨਕ ਦੀਜੈ ਦਾਨ, ਭਗ ਟਿੱਕਾ ਭਗ ਦੀ ਮਾਣ ਸਰਬ ਕਲਿਆਣ, ਪੈਜ ਰੱਖੇ ਗੁਰੂ ਨਾਨਕ ਸ਼ਾਹ ਮਿਹਰਬਾਨ। ਸੋ ਇਸੇ ਪ੍ਰਕਾਰ ਗਰਭ ਗੰਜਨੀ ਸਟੀਕ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦਾ ਟੀਕਾ ਹੈ ਜਪਜੀ ਸਾਹਿਬ ਦਾ। ਗਰਭ ਗੰਜਨੀ ਇਹਦਾ ਨਾਮ ਹੈ। ਗਰਭ ਨਾਮ ਹੰਕਾਰ ਤੋਂ ਭਾਵ ਗੰਜਨੀ ਕੱਟਣਾ। ਇਹ ਟੀਕਾ ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਤੋੜਦਾ, ਬਹੁਤ ਡੂੰਘਾਈ ਦਾ ਟੀਕਾ ਹੈ। ਸੋ ਇਸ ਤਰ੍ਹਾਂ ਲਿਖਦੇ ਹਨ ਕਵੀ ਜੀ, ਸਿੱਖ ਗੁਰੂ ਕੋ ਹੋਏ ਗਇਓ ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਗੁਰੂ ਦਾ ਸਿੱਖ ਦਾ ਹੋ ਗਿਆ ਪਰ ਜਪਜੀ ਸਾਹਿਬ ਕੰਠ ਨਹੀਂ ਕੀਤਾ। ਤੰਦਲ ਹੁੰਦੇ ਨੇ ਚੌਲ, ਜਿਵੇਂ ਚੌਲਾਂ ਤੋਂ ਬਿਨਾਂ ਚੌਲਾਂ ਦੇ ਉੱਪਰਲਾ ਛਿਲਕਾ ਫੱਕ ਜੀ ਹੁੰਦੀ ਹੈ, ਉਹ ਸਿੱਖ ਫੋਕਟ ਫੱਕ ਵਰਗਾ ਜਿਹੜਾ ਜਪਜੀ ਸਾਹਿਬ ਕੰਠ ਨਹੀਂ ਕਰ ਸਕਿਆ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ 10ਵੇਂ ਪਾਤਸ਼ਾਹ ਵੇਲੇ ਉਹ ਲਿਖਦੇ ਨੇ, ਬਿਨ ਜਪ ਜਾਪ ਜਪੇ ਬਿਨਾ ਜੋ ਜੇ ਮੈਂ ਪ੍ਰਸਾਦ, ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹੇ ਤੋਂ ਬਿਨਾ ਜੋ ਰੋਟੀ ਆਦਿ ਖਾਂਦਾ ਹੈ ਉਹ ਗੰਦਗੀ ਦਾ ਕਿਰਮ ਹੋ ਕੇ ਆਪਣਾ ਜਨਮ ਬੇਅਰਥ ਗਵਾ ਰਿਹਾ। ਇਹਦੇ ਤੋਂ ਬਿਨਾ ਸਵੇਰੇ ਜਪਜੀ ਸਾਹਿਬ ਦੇ ਪਾਠ ਕੀਤੇ ਤੋਂ ਬਿਨਾ ਪ੍ਰਸ਼ਾਦਾ ਨਹੀਂ ਛਕਣਾ। ਘੱਟੋ ਘੱਟ ਜਪਜੀ ਸਾਹਿਬ ਜਾਪ ਸਾਹਿਬ ਪਾਠ ਹੋਣਾ ਹੀ ਜ਼ਰੂਰੀ ਹੈ, ਨਹੀਂ ਤਾਂ ਗੁਰਸਿੱਖ 5 ਬਾਣੀਆਂ ਪੜ੍ਹ ਕੇ ਹੀ ਪ੍ਰਸ਼ਾਦਾ ਛਕਦੇ ਨੇ। ਸੋ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਲਾਹੌਰ 'ਚ ਰਾਵੀ ਦੇ ਕਿਨਾਰੇ ਅੰਤਿਮ ਸਮੇਂ ਇਸ਼ਨਾਨ ਕੀਤਾ, ਉਸ ਵੇਲੇ ਉਹਨਾਂ ਨੇ ਵੀ ਇੱਕ ਆਸਣ ਤੇ ਟੇਕ ਕੇ ਰੋਜ਼ ਦੇ ਨਿਯਮ ਅਨੁਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਫਿਰ 5 ਸਿੱਖਾਂ ਤੋਂ 5 ਜਪਜੀ ਸਾਹਿਬ ਦੇ ਪਾਠ ਸੁਣੇ। ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਇਹ 5 ਸਿੱਖ ਉਸ ਵਕਤ ਨਾਲ ਸਨ। ਇਸ ਤਰ੍ਹਾਂ ਵੀ ਜਪਜੀ ਸਾਹਿਬ ਦੇ ਮਹਾਤਮ ਦਾ ਆਪਾਂ ਨੂੰ ਪਤਾ ਲੱਗਦਾ ਹੈ। ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਪਜੀ ਸਾਹਿਬ ਦਾ ਮਹਾਤਮ ਜਦੋਂ ਸੁਣਾਇਆ ਕਿ ਕਿਤਨੀ ਮਹਾਨ ਬਾਣੀ ਹੈ, ਕਿਉਂਕਿ ਜਗਿਆਸੂ ਦੇ ਮਨ ਦੇ ਅੰਦਰ ਤਮੰਨਾ ਪੈਦਾ ਹੁੰਦੀ ਹੈ ਕਿ ਇਸ ਦਾ ਮਹਾਰਾਜ ਲਾਭ ਕੀ ਹੋਵੇਗਾ, ਪੜ੍ਹਨ ਦਾ ਕੀ ਫਲ ਹੋਵੇਗਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਬੈਠ ਕਹੇ ਅੰਗਦ ਸੰਗ ਬਚਨਾ, ਪਰ ਉਪਕਾਰ ਜਿਨ੍ਹੈ ਮਨ ਰਚਨਾ,
ਬੈਠ ਕੇ ਗੁਰੂ ਅੰਗਦ ਦੇਵ ਮਹਾਰਾਜ ਨਾਲ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਦਾ ਮਨ ਪਰਉਪਕਾਰ ਵਿੱਚ ਹੀ ਰਚਿਆ ਹੋਇਆ ਸੀ। ਅਬ ਤੁਮ ਜਗਤ ਉਦਾਹਰਨ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਦਾ ਮਨ। ਕਹਿਣ ਲੱਗੇ ਹੁਣ ਜਗਤ ਦੇ ਉਦਾਹਰਨ ਕਰਨੇ ਕਰਕੇ ਮੂਲ ਮੰਤਰ ਸ਼ੁਭ ਕਰੋ ਸੁਦਾ ਮਨ। ਮਨ ਦੇ ਵਿੱਚ ਮੂਲ ਮੰਤਰ ਨੂੰ ਵਸਾਉਣਾ ਕਰੋ। ਮਮ ਬਾਣੀ ਗੁਣ ਖਾਨੀ ਦੇਖਾ, ਲੀਜੈ ਬੀਨੈ ਬੀਨ ਵਸੇਖਾ। ਮੇਰੀ ਬਾਣੀ ਵਿੱਚ ਜਿਹੜੇ ਚੰਗੇ ਚੰਗੇ ਤੁਹਾਨੂੰ ਗੁਣ ਨਜ਼ਰ ਆਉਣ, ਜਿੱਥੇ ਉੱਥੋਂ ਬੀਨ ਕੇ ਚੁਣ ਚੁਣ ਕੇ ਚੰਗੇ ਚੰਗੇ ਉਪਦੇਸ਼ ਨੂੰ ਹਿਰਦੇ 'ਚ ਵਸਾਓ। ਹਮੈ ਸੁਨਾਵਤ ਜਾਓ ਉਚਾਰਾ, ਬੰਦ ਮਰਿਆਦ ਕਰੋ ਉਪਕਾਰਾ। ਕਹਿੰਦੇ ਸਾਨੂੰ ਸੁਣਾਉਂਦੇ ਜਾਓ ਉਚਾਰ ਕੇ, ਤੇ ਮਰਿਆਦਾ ਆਪਾਂ ਬੰਨ੍ਹਣੀ ਹੈ। ਜਪਜੀ ਸਾਹਿਬ ਦੀ ਤਰਤੀਬ ਗੁਰੂ ਨਾਨਕ ਦੇਵ ਜੀ ਨੇ ਫਿਰ ਪੌੜੀਆਂ ਦੀ ਤਰਤੀਬ ਲਵਾਈ ਜਦੋਂ, ਉਦੋਂ ਦਾ ਬਚਨ ਹੈ ਕਿ ਹਮ ਤੇ ਜੋ ਜਨਮੈ ਪਛਾਤਾ, ਤਿਨ ਸਭ ਕੋ ਗਤ ਹੋਵੈ ਦਾਤਾ। ਜਿਉਂ ਜਹਾਜ਼ ਚੜ੍ਹ ਸਾਗਰ ਤਰਹੀਂ, ਤਿਉਂ ਤਹਿ ਪੜ੍ਹ ਸੰਸਾਰ ਉਧਰਹੀਂ। ਜਿਹੜੇ ਸਾਤੋਂ ਬਾਅਦ ਹੋਣਗੇ, ਜਦੋਂ ਤੱਕ ਗੁਰਸਿੱਖੀ ਸੰਸਾਰ ਅੰਦਰ ਰਹੇਗੀ, ਜਪਜੀ ਸਾਹਿਬ ਦਾ ਪਾਠ ਜਹਾਜ਼ ਵਰਗਾ ਕੰਮ ਕਰਦਾ। ਜਿਵੇਂ ਬੰਦਾ ਆਰਾਮ ਨਾਲ ਜਹਾਜ਼ 'ਚ ਬਹਿ ਜਾਂਦਾ ਅਤੇ ਪਾਰ ਹੋ ਜਾਂਦਾ, ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦਾ ਪਾਠ ਜਹਾਜ਼ ਦੇ ਵੱਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸੁਣ ਸ੍ਰੀ ਅੰਗਦ ਬੰਧਨ ਠਾਨੀ, ਬੀਨ ਬੀਨ ਨੀਕੇ ਗੁਰਬਾਣੀ। ਮਹਾਰਾਜ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਨੇ, ਔਰ ਚੁਣ ਚੁਣ ਕੇ ਚੰਗੀ ਤਰ੍ਹਾਂ ਗੁਰਬਾਣੀ ਆਨ ਸੁਨਾਵਨ ਕੀਨ ਸੁਹਾਨੀ। ਸੋਹਣੀ ਬਾਣੀ ਲਿਆ ਕੇ, ਕਿਉਂਕਿ ਬਾਣੀ ਇਕੱਤਰ ਕਰ ਰਹੇ ਸੀ ਹਲੇ ਪੋਥੀਆਂ ਵਿੱਚੋਂ। ਤਬ ਜਪ ਨਾਮ ਧਰਿਓ ਗੁਰਖਾਨੀ। ਜਦੋਂ ਸਾਰੀਆਂ ਪੌੜੀਆਂ ਇਕੱਤਰ ਕੀਤੀਆਂ ਇੱਕ ਥਾਂ ਦੇ ਉੱਤੇ, ਗੁਰਾਂ ਨੇ ਇਹਦਾ ਨਾਮ ਰੱਖਿਆ ਜਪ, ਜਾਪ ਸਾਹਿਬ। ਗੁਰਾਂ ਨੇ ਉਧਰ ਨਾਮ ਰੱਖਿਆ ਜਾਪ। ਇਹ ਵੀ ਗੁਰੂ ਨਾਨਕ ਦੇਵ ਜੀ ਨੇ, 10ਵੇਂ ਗੁਰੂ ਨਾਨਕ, ਪਹਿਲੇ ਗੁਰੂ ਨਾਨਕ, ਜੋਤ ਓਹਾ ਜੁਗਤ ਸਾਏ, ਸਹਿ ਟਾਇਆ ਫੇਰ ਪਲਟੀਐ। ਜਦੋਂ ਜਪਜੀ ਸਾਹਿਬ ਦੀਆਂ ਪੌੜੀਆਂ ਤਰਤੀਬ ਦੇ ਵਿੱਚ ਲਾਈਆਂ, ਉਸ ਵਕਤ ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹਵੈ ਸਿੱਖੀ ਅਭਿਲਾਖੀ। ਸ਼੍ਰੋਮਣੀ ਮੁਖ ਵਿੱਚੋਂ ਮਹਿਮਾ ਕਹੀ ਗੁਰੂ ਨਾਨਕ ਦੇਵ ਜੀ ਨੇ ਕਿ ਜਿਹੜਾ ਬੰਦਾ ਸਿੱਖੀ ਪਾਉਣ ਦਾ ਇੱਛਾਵਾਨ ਹੈ, ਨਿਸਮਹਿ ਉਠੇ ਸੇ ਕਰਹਿ ਇਸ਼ਨਾਨਾ। ਕਹਿੰਦੇ ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਜਪ ਪੜ੍ਹ ਹੈ ਇੱਕ ਚਿੱਤ ਸਾਵਧਾਨਾ। ਸਾਵਧਾਨ ਹੋ ਕੇ, ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰੇ। ਸਾਵਧਾਨ ਇਕਾਗਰ ਚੀਤ ਹੋ ਕੇ ਜਪਜੀ ਸਾਹਿਬ ਦੇ ਪਾਠ ਕਰਦਾ ਜਾਵੇਗਾ, ਜਿਉਂ-ਜਿਉਂ ਤਿਉਂ-ਤਿਉਂ ਸਿੱਖੀ ਉਹਦੇ ਕੋਲ ਆਵੇਗੀ। ਔਰ ਇਹ ਬਚਨ ਕੀਤਾ ਕਿ ਅਰਥ ਵਿਚਾਰ ਕਰਹਿ ਔਰ ਮਾਹੀ, ਮੁਕਤ ਹੋਏ ਸੋ ਸੰਸੈ ਨਾਹੀ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਵੇ ਤੇ ਅੰਦਰੇ ਅੰਦਰ ਉਹਦੇ ਵਿਚਾਰ ਕਰੇ ਅਰਥਾਂ ਦੀ, ਕਿ ਇਹਦਾ ਭਾਵ ਅਰਥ ਇਹ ਹੈ, ਇਹਦਾ ਭਾਵ ਅਰਥ ਇਹ ਹੈ, ਮਨ ਦੇ ਅੰਦਰ ਇੱਕ ਲੜੀ ਬਣ ਜਾਂਦੀ ਹੈ। ਸੁਚਮ ਰੱਖਣ ਨਾਲ ਸੁਚਮ ਨਹੀਂ ਰਹਿੰਦੀ, ਭਾਵੇਂ ਲੱਖਾਂ ਵਾਰ ਸੋਚੀ ਜਾਓ ਸੋਚ ਨਹੀਂ ਹੁੰਦੀ। ਸੁਚਮ ਨਹੀਂ ਰਹਿੰਦੀ, ਲੱਖਾਂ ਵਾਰੀ ਰੱਖਣ ਨਾਲ, ਚੁੱਪ ਰਹਿਣ ਨਾਲ ਮਨ ਚੁੱਪ ਨਹੀਂ ਹੁੰਦਾ। ਭਾਵੇਂ ਜਿੰਨੀਆਂ ਮਰਜ਼ੀ ਸਮਾਧੀਆਂ ਲਾਓ, ਨਾਲ ਨਾਲ ਅਰਥ ਹੋ ਹੀ ਜਾਂਦੇ ਆ। ਥੋੜ੍ਹੇ ਜਿਹੀ ਅਰਥ ਵਿੱਚੋਂ ਕਿਤੇ ਜੇ ਔਖੇ ਲੱਗਦੇ, ਪੋਥੀ ਲੈ ਕੇ ਪੜ੍ਹੇ, ਅਥਵਾ ਹੁਣ ਭਰੀਆਂ ਹੋਈਆਂ ਕਥਾਵਾਂ ਜਪਜੀ ਸਾਹਿਬ ਦੀਆਂ, ਉਹਨਾਂ ਨੂੰ ਸਰਵਣ ਕਰੇ, ਅਰਥਾਂ ਦਾ ਗਿਆਨ ਪੂਰਨ ਹੋਵੇ। ਸਤਿਗੁਰੂ ਕਹਿੰਦੇ ਮੁਕਤ ਹੋਏਗਾ। ਸੰਸ਼ੇ ਵਾਲੀ ਗੱਲ ਨਹੀਂ, ਬਿਲਕੁਲ ਸਹੀ ਹੈ। ਬੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜ਼ਿਕਰ ਅਕਸਰ ਦਾਸ ਕਰਦਾ, ਇੱਕ ਅੰਮ੍ਰਿਤਧਾਰੀ ਪੂਰਨ ਗੁਰਸਿੱਖ, ਪੂਰਨ ਬ੍ਰਹਮ ਗਿਆਨੀ, ਰਹਿਤਵਾਨ ਗੁਰਸਿੱਖ। ਰਹਿਤਵਾਨ ਅੰਮ੍ਰਿਤਧਾਰੀ ਬ੍ਰਹਮ ਗਿਆਨੀ ਦਾ ਮਿਲਣਾ ਬਹੁਤ ਔਖਾ। ਗੁਰੂ ਕਾ ਲਾਲ 4 ਜਨਵਰੀ ਨੂੰ ਜਿਨ੍ਹਾਂ ਦੀ ਬਰਸੀ ਸੰਗਤ ਮਨਾ ਰਹੀ ਸੰਸਾਰ ਭਰ 'ਚ, ਕਹਿੰਦੇ ਮੇਰੇ ਕੋਲ ਇੱਕ ਰੂਹ ਅੰਮ੍ਰਿਤ ਵੇਲੇ ਖੜ ਗਈ ਆ ਕੇ ਦੂਰ, ਤੂੰ ਕੌਣ ਹੈ ਭਾਈ? ਕਹਿੰਦੇ ਮਹਾਰਾਜ ਮੇਰੀ ਕਲਿਆਣ ਨਹੀਂ ਹੋਈ, ਕੋਈ ਗਲਤੀ ਹੋ ਗਈ ਸੀ ਮੈਥੋਂ, ਤੁਸੀਂ ਕਿਰਪਾ ਕਰੋ, ਮੈਂ ਭਟਕਦਾ ਫਿਰਦਾ ਥਾਂ ਥਾਂ। ਬਾਬਾ ਜੀ ਕਹਿੰਦੇ ਮੈਨੂੰ ਤਰਸ ਆਇਆ ਉਹਦੇ ਤੇ। ਕਹਿੰਦੇ ਮੈਂ ਉਸ ਵਕਤ ਜਲ ਦੀ ਗੜਬੀ ਲੈ ਕੇ ਅੱਗੇ ਰੱਖੀ ਅਤੇ ਜਪਜੀ ਸਾਹਿਬ ਦਾ ਪਾਠ ਉਹਨੂੰ ਸੁਣਾਇਆ ਇੱਕ। ਕਹਿੰਦੇ ਜਿਉਂ ਹੀ ਮੈਂ ਛਿੱਟਾ ਮਾਰਿਆ, ਉਸੇ ਵਕਤ ਪ੍ਰਕਾਸ਼ ਹੋ ਗਿਆ ਇੰਨਾ
ਉਹ ਰੂਹ ਸਿੱਧੀ ਸੱਚਖੰਡ ਨੂੰ ਚਲੀ ਗਈ। ਸੋ ਇਸ ਕਰਕੇ ਸੁਰਤੀ ਪਿੱਛੇ ਰਹਿ ਜਾਣ ਕਾਰਨ ਪਿੱਛੇ ਮੁੜਿਆ ਆਇਆ ਸੀ। ਹੋਰ ਕਹਿੰਦੇ ਕੋਈ ਗਲਤੀ ਨਹੀਂ ਸੀ ਉਹਦੀ। ਤੋ ਕਹਿੰਦੇ ਮੈਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਕਲਿਆਣ ਹੁੰਦਾ ਜਪਜੀ ਸਾਹਿਬ ਦਾ ਪਾਠ ਕਰਨ ਤੇ। ਬੜੀਆਂ ਚੀਜ਼ਾਂ ਨੇ ਜੀ ਸੁਣਾਈਏ। ਅੱਗਿਓਂ 10 ਕੁ ਬੰਦੇ ਉਹੋ ਜਿਹੇ ਜਿਗਿਆਸੂ ਜਿਹੜੇ ਧਾਰਨ ਕਰਨ ਵਾਲੇ 90 ਉਲਟੀਆਂ ਕਰਨ ਲੱਗ ਜਾਂਦੇ ਨੇ। ਇਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਬਹੁਤ ਕੁਛ ਹੈ। ਕਿਉਂਕਿ ਨਿਆਣੇ ਨੂੰ ਤਾਂ ਆਪਾਂ ਉਨੀ ਖੁਰਾਕ ਹੀ ਦੇ ਸਕਦੇ ਹਾਂ ਨਾ ਜਿੰਨੀ ਕੋਈ ਪਚਾ ਲਵੇ। ਜਿਹੜੇ ਨਿਆਣੇ ਨੇ ਦੁੱਧ ਸਾਰਾ 100 ਗ੍ਰਾਮ ਪੀਣਾ, ਕਿਲੋ 2 ਕਿਲੋ ਕਿੱਥੋਂ ਪੀ ਸਕਦਾ। ਇਹ ਤਾਂ ਕਿਸੇ ਇਕੱਲੇ ਨਾਲ ਹੀ ਬਚਨ ਹੁੰਦਾ ਜਦੋਂ। ਸੋ ਇੰਨਾ ਕੁ ਮੈਨੂੰ ਯਾਦ ਹੈ, ਇੱਕ ਵਾਰੀ ਇੱਕ ਸਿੰਘ ਚੰਡੀ ਦੀ ਵਾਰ ਦਾ ਪਾਠ ਕਰਦਾ, ਉਹ ਤਾਂ ਬਹੁਤਾ ਜ਼ਿਆਦਾ ਅਭਿਆਸੀ ਹੈ, ਕਾਫੀ ਪਾਠ, ਪਰ ਉਹ ਤੁਸੀਂ ਨਹੀਂ ਦੇਖਾ ਦੇਖੀ ਨਹੀਂ ਸੁਣ ਕੇ ਨਹੀਂ ਕਰਨੇ ਹੈ, ਉਹਨਾਂ ਦੀ ਮਰਿਆਦਾ ਬਹੁਤ ਹੁੰਦੀ ਹੈ। ਉਹ ਤੇ ਨਿਹੰਗ ਸਿੰਘ ਹੈ। ਕਹਿਣ ਲੱਗਿਆ ਮੇਰੀ ਭਰਜਾਈ ਨੂੰ ਮਰਿਆ ਬਹੁਤ ਸਾਲ ਹੋ ਗਏ ਸੀ, ਅਚਾਨਕ ਇੱਕ ਦਿਨ ਸਾਹਮਣੇ ਆ ਗਈ ਚੰਡੀ ਦੀ ਵਾਰ ਕਰਦਿਆਂ। ਕਹਿੰਦੇ ਬਸ ਸਾਹਮਣੇ ਆਉਣ ਦੀ ਦੇਰ ਸੀ, ਉਸੇ ਵਕਤ ਹੀ ਪ੍ਰਕਾਸ਼ ਹੋ ਗਿਆ, ਉੱਥੇ ਮੁਕਤ ਹੋ ਗਈ। ਫੇਰ ਨਾ ਜੂਨੀ ਆਇਆ ਜਿਹਨੇ ਗਾਇਆ। ਹੁਣ ਆਮ ਲੋਕ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ, ਇਸ ਕਰਕੇ ਪਟਾਰੀ ਬੰਦ ਹੀ ਠੀਕ ਰਹਿੰਦੀ ਹੈ। ਇੰਨੀ ਕੀ ਗੱਲ ਨਾਲ ਹੀ ਕਈਆਂ ਨੂੰ ਤਕਲੀਫ ਹੋ ਜਾਣੀ ਹੈ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਪਤ ਰੂਪ ਵਿੱਚ ਮਹਾਰਾਜ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਪਜੀ ਸੇਵਨ ਪ੍ਰੀਤ ਸੋ ਜਾਹੀ ਮਮ ਸਮੀਪ ਪ੍ਰਾਪਤ ਹੋਏ ਤਾਹੀ। ਜਪਜੀ ਸਾਹਿਬ ਦਾ ਪਾਠ ਜਿਹੜਾ ਬੰਦਾ ਪਿਆਰ ਨਾਲ ਕਰਦਾ ਹੈ, ਜਪਜੀ ਸਾਹਿਬ ਕਰਦਿਆਂ ਕਰਦਿਆਂ ਉਹ ਮੇਰੇ ਕੋਲ, ਮੈਂ ਉਹਦੇ ਕੋਲ, ਅਸੀਂ ਇੱਕੋ ਹੀ ਹੋ ਜਾਂਦੇ ਹਾਂ। ਜਦੋਂ ਸਰੀਰ ਛੱਡ ਕੇ ਵੀ ਆਉਣਾ ਸੱਚਖੰਡ 'ਚ ਮੇਰੇ ਕੋਲ ਨਿਵਾਸ ਕਰੇਗਾ। ਤਰਹਿ ਕਾਮਨਾ ਪੜ੍ਹੈ ਇੱਕ ਮਨ ਹੋਏ ਸੰਪੂਰਨ ਤੇ ਕੀ ਤਛਿਨ। ਇਹ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਪ੍ਰੀਤੀ ਨਾਲ ਕਰੇ ਨਾ, ਕੋਈ ਵੀ ਇੱਛਾ ਰੱਖ ਕੇ ਕਰੇ, ਸਤਿਗੁਰੂ ਕਹਿੰਦੇ ਉਹਦੀ ਇੱਛਾ ਸੰਪੂਰਨ ਹੋ ਜਾਂਦੀ ਹੈ। ਜੰਤਰ ਮੰਤਰ ਪੁਨ ਤੰਤਰ ਮਹਾਨਾ ਪੂਤ ਜੇ ਪ੍ਰੇਤ ਦੈਂਤ ਬਲਵਾਨਾ ਤੇ ਸਮੀਪ ਨ ਆਵੈ ਕੋਈ ਪਠਨ ਪ੍ਰੀਤ ਨਿਤ ਨਰ ਜੇ ਹੋਈ। ਜਿਹੜਾ ਬੰਦਾ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਬਹੁਤ ਜ਼ਿਆਦੇ, ਆ ਜਿਹੜੇ ਆਮ ਤੌਰ ਤੇ ਲੋਕ ਕਹਿੰਦੇ ਮੇਰੇ ਤੇ ਆਹ ਅਸਰ ਹੋ ਗਿਆ, ਜੰਤਰ ਮੰਤਰ ਤੰਤਰ ਭੂਤ ਪ੍ਰੇਤ ਫਲਾਨਾ ਢਿਮਕਾ, ਇਹ ਗੱਲਾਂ ਸਾਰੀਆਂ ਪਰੇ ਹੋ ਜਾਂਦੀਆਂ। ਇਹ ਚੀਜ਼ਾਂ ਵਰਤੀਆਂ ਹੋਈਆਂ ਮੈਂ ਜਪਜੀ ਸਾਹਿਬ ਦੀ ਕਥਾ 'ਚ ਸੁਣਾਇਆ ਵੀ ਹੋਇਆ ਵੀ ਉਹ ਜਿਹੜਾ ਸਿੰਘ ਸੀ ਜਿਹਨੇ ਰਾਤ ਭਰ ਬੈਠ ਕੇ ਫਿਰ ਅਭਿਆਸ ਕੀਤਾ ਸੀ, ਉਹਦੇ ਨੇੜੇ ਕਾਫੀ ਸਾਖੀ ਸੁਣਾਈ ਹੋਈ ਆ। ਉਦੋਂ ਤਾਂ ਮੈਂ ਨਾਂ ਨਹੀਂ ਲਿਆ, ਮਹਾਂਪੁਰਖ ਕਹਿੰਦੇ ਮੇਰਾ ਨਾਂ ਨਾ ਲੈ। ਸੋ ਇਸ ਕਰਕੇ ਜਾਣ ਲਓ ਵੀ ਇਹ ਸੰਤਾਂ ਦੀ ਹੋਈ ਗੱਲ ਹੈ। ਇਸ ਕਰਕੇ ਜਪਜੀ ਸਾਹਿਬ ਦੇ ਪਾਠ ਦਾ ਮਹਾਤਮ ਔਰ ਸ਼ਕਤੀ ਰੱਬ ਹੀ ਜਾਣਦਾ। ਬਸ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਮਹਾਰਾਜ ਆਪ ਜੀ ਹੁਣ ਸੰਸਾਰ 'ਚੋਂ ਅਲੋਪ ਹੋ ਗਏ, ਫਿਰ ਤੁਹਾਡਾ ਦਰਸ਼ਨ ਕਿਵੇਂ ਹੋਵੇਗਾ। ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਹੀ ਮੇਰਾ ਦਰਸ਼ਨ ਹੈ। ਜਿਉਂ-ਜਿਉਂ ਜਪਜੀ ਸਾਹਿਬ ਪੜ੍ਹੋਗੇ ਤਿਉਂ-ਤਿਉਂ ਇਹ ਮੇਰਾ ਸਰੂਪ ਹੀ ਹੈ ਸਾਰਾ। ਇਸ ਕਰਕੇ ਜਪਜੀ ਸਾਹਿਬ ਗੁਰੂ ਨਾਨਕ ਸਰੂਪ, ਮੂਲ ਮੰਤਰ ਅਕਾਲ ਸਰੂਪ, ਜਿੰਨਾ ਜਿਵੇਂ ਜਿਵੇਂ ਦਰਸ਼ਨ ਕਰਨੇ ਨੇ ਉਵੇਂ ਉਵੇਂ ਕਰ ਸਕਦਾ। ਮਾਨੁਖ ਦੇਹ ਜੀਵ ਜਿਨ ਪਾਈ ਜਪ ਵਿਹੀਨ ਹਵੈ ਬਾਦ ਗਵਾਈ। ਮਨੁੱਖਾ ਦੇਹੀ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ ਔਰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਉਹਨੇ ਸਾਹਮਣੇ ਆਪਣੀ ਜ਼ਿੰਦਗੀ ਬੇਅਰਥ ਗਵਾ ਲਈ। ਸਿੱਖਣ ਯੋਗ ਮੰਤਰ ਗੁਰ ਕੇਰਾ ਇਤ ਉਤ ਨਿਤ ਸੁਖ ਦੇਤ ਕਨੇਰਾ। ਇਹ ਗੁਰਸਿੱਖਾਂ ਨੂੰ ਗੁਰਾਂ ਨੇ ਮਾਲਾ ਮੰਤਰ ਬਖਸ਼ਿਸ਼ ਕੀਤਾ ਹੈ। ਇੱਥੇ ਅਤੇ ਉੱਥੇ ਲੋਕ ਅਤੇ ਪਰਲੋਕ ਦੇ ਵਿੱਚ ਬਹੁਤ ਸੁਖ ਮਿਲਦਾ ਇਹਦੇ ਨਾਲ। ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਉ ਧਰੀਕ ਬੇਖ ਧਰ ਲੀਨੋ। ਹੁਣ ਸਿੱਖ ਬਣ ਗਿਆ, ਭੇਖ ਧਾਰ ਲਿਆ ਸਿੱਖੀ ਵਾਲਾ, ਜਪਜੀ ਕੰਠ ਨਾ ਕੀਤਾ, ਫਾਇਦਾ ਕੀ। ਇਸ ਤੇ ਔਰ ਨਾ ਕੋਬਿਦ ਉੱਚੀ ਜਪ ਸੇਵਨ ਇੱਕ ਮਨ ਹੋਏ ਸੂਚੀ। ਦੁਨੀਆ ਦੇ ਅੰਦਰ ਕੋਈ ਪੁੱਛੀ ਜਾਵੇ, ਕੋਈ ਤਰੀਕਾ, ਕੋਈ ਵਿਧੀ, ਕੁਛ ਵੀ ਨਹੀਂ ਇਸ ਤੋਂ ਵੱਡਾ ਹੋਰ। ਜਪਜੀ ਸਾਹਿਬ ਦੇ ਪਾਠਾਂ ਵਿੱਚ ਇੰਨੀ ਸਮਰੱਥਾ ਜ਼ੁਬਾਨ ਤੇ ਹੀ ਆ ਜਾਂਦੀ ਹੈ ਕਿ ਸੰਭਾਲਣੀ ਔਖੀ ਹੋ ਜਾਂਦੀ ਇਨਸਾਨ ਨੂੰ। ਜਿਵੇਂ ਮਹਾਂਪੁਰਖਾਂ ਦਾ ਭਰਾ, ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡ ਹੀ ਬਾਣੀ ਪੜ੍ਹਿਆ ਕਰਦੇ ਸੀ ਜਪਜੀ ਸਾਹਿਬ ਦੇ ਪਾਠ। ਕਹਿੰਦੇ ਮੇਰਾ ਭਰਾ ਮੈਨੂੰ ਕੋਈ ਗੱਲ ਕਹਿਣ ਲੱਗਾ ਬੁਲਾਉਂਦਾ ਤੇ ਮੈਂ ਪਾਠ ਕਰਦਾ ਵਿੱਚ ਬੋਲਿਆ ਨਾ। ਕਹਿੰਦਾ ਕਿਵੇਂ ਆਫਰਿਆ ਬਾਣੀ ਪੜ੍ਹ ਪੜ੍ਹ।
कहते मैं तो कुछ भी ना बोलिया। थोड़ी देर बाद उन्हों का मुंडा भज्या आया, कहना चाचा जी बापू जी नूं तां अफरेमा हो गया। कहते फिर? कहते वो तो बड़ियां चीकां मार रहे, चलो देखो चल के। फिर हाथ जोड़ के कहना जरनैल सिंह मैनूं माफी दे दे, मैं तैनूं पुट्ठा बोलिया। महापुरख हस के कहते मैनूं नहीं बोलिया, तू बाणी नूं पुट्ठा बोलिया। कहते चल हुण देग बनाओ। फिर देग बनाई, जिहड़ा पिंड गुरुद्वारा कहते फिर उत्थे लैके गए फड़ के। उत्थे जाके अरदास की, सच्चे पातशाह इहने बाणी के विरुद्ध बोलिया, इहनूं सज़ा तुसीं देती, हुण माफ कर दिओ। कहते फिर उहदा अफरेमा हटिया। सो इस करके महापुरखों की जुबान के उत्ते तो बस जो बचन आ जाता सी सिरे ही लग जाता सी। ये सब जपजी साहब की मेहरबानी है। सारे संत महात्मा जपजी साहब के ताइयों बहुत पाठ करते, ब्रह्म ज्ञान का दाता है। ता सतगुरु महाराज सच्चे पातशाह फरमाने, काम धेन चिंता मन सुरतर, कर न सकै आद तिल समसर। किड्डी वड्डी हुण काम धेन नूं वड्डी मनदे लोग, गऊ है उहदे कोल कोई इच्छा करे, चिंता मणी है, कल्प वृक्ष है। कहते ये तिन्ने विचारे की चीज है? जपजी साहब के बराबर तो अद्धे तिल जिन्नी भी समर्था नहीं है इन्हां दी। जप जी सेव कटै जम फासी, बहुर मिल है पदवी अविनाशी। जपजी साहब का पाठ करने नाल जपजी पढ़ के जमदूतां तो छुटकारा मिलता है ते मुड़ के अविनाशी पदवी मिल जाती, ब्रह्म ज्ञान। बहुर मिले पदवी अविनाशी, अब तो जाए चढ़े सिंहासन। मिल है सारंग पानी, राम कबीरा एक भय है, कोई ना सकै पछानी। अस संजोग चहत है सोई, तुम कहो तो सब प्राप्त होई। सो इस तरह का संजोग चाहता है, ਉਹਨੂੰ सारा कुछ प्राप्त ਹੁੰਦਾ। महाराज कहते ਤੁਹਾਨੂੰ तो सब कुछ प्राप्त होवेगा ही। गुरु अंगद देव महाराज ਨੂੰ कहन लगे, बार बार क्या कहों बनाई, हवै जब अंत समा दुखदाई। कहने मैं बार बार हुण की बचन कहा। गुरु नानक देव जी कहते जो बंदे का अंत का समा आउंदा बहुत दुखी हुंदा उदों, ते जिन पछतावै मल हाथा। बंदा मरन लग्या हथ मलदा पछताउंदा भी मैं सारी जिंदगी कोई चज दा काम ना कीता। हम क्यों खोयो जन्मा काथा, क्यों मैं जन्म बेकार गवा लिया। नर तन दुर्लभ एक यह पायो, पुन सतगुर सिख बेख बनायो। दुर्लभ शरीर मसा मिलिया सी, फिर सतगुरु का भेस बना लिया मैं, भाव सिख दा जो सतगुरु ने मैं दिता सी सिੱਖੀ ਦਾ बाणा। मैं गलती की, मैं जपजी साहब क्यों ना पढ़िया। पछताउंदा बहुत। जपजी साहब की पहली कथा च दसिया भी होया, किसी बंदे की जान नहीं निकलती, बहुत तड़फदा सी, बड़ा औखा सी। फिर जपजी साहब का पाठ करके जल छकाया तो चलिया गया। फिर कई चीज़ां आ जांदियां जपजी साहब के पाठ दियां, अपनी अखां नाल बहुत कुछ देखिया होया। 8वें पातशाह वेले सो जदों बहादुर शाह ने पैदा होना सी दिल्ली, उदों भी यही हाल सी। कहते बहुत ज़्यादा दुखी है, औरंगजेब की बेगम मर जाएगी, महाराज उसकी बेनती है तुसीं कृपा करो। गुरां ने वो जपजी साहब का पाठ करके जल भेज दिता। पींदियां सारी बहादुर शाह ने जन्म लिया। तीजो कलयुग को है काला, थोड़ी सेवा मैं होए दयाला। तीजी चीज ये है, कलयुग का समा है, इन्नी सेवा लोगों ने कर नहीं सकनी। थोड़ी जी सेवा विच ही महाराज दयाल हो जा करनगे कलयुग दे विच। जिवें 10वें पातशाह ने श्री आनंदपुर साहब कहा सी, असीं खालसे नूं यह गिफ्ट दिती है, खास तोहफा दिता है, जिहड़ी महाराज ने आप बाणी लिखी है, दसम दी बाणी। भी जे बहुती ना पढ़ू, जे 10 मिनट भी कोई पढ़ लिया करू ना, तो ओदी भी कल्याण हो जाएगी। ऐस समय ते जो चुक जाई, चढ़ कर मेर रसा तल पाई। ਇਹੋ ਜਿਹੇ समय तो जो चुक जाएगा, भुल जाएगा, गलती कर जाएगा, मनुखा जन्म पा के बाणी नहीं पढ़ेगा, वो तो मानो समेर पर्वत ते चढ़ के थले पताल च डिग पिया। जप जी कंठ निता प्रत रटै, जन्म जन्म के कलमल कटै। जपजी साहब कंठ रोज करे और कंठ करके निता प्रति रटै, पढ़ता रहे नूं। हुण आपां पढ़दे नहीं ना, हाँ टाइम उधरले पासे घट कढदे आ। नहीं तो जपजी साहब का पाठ इत्थे न्यू जर्सी सिंह रहिंदे एक,
ਉਹਨਾਂ ਨੇ ਇਹ ਗੱਲ ਮੰਨ ਕੇ ਜਪਜੀ ਸਾਹਿਬ ਦੀ ਕਥਾ ਚੋਂ ਕਿ ਹੌਲੀ ਹੌਲੀ ਕੰਨਾਂ ਨਾਲ ਸੁਣ ਕੇ ਜਪਜੀ ਸਾਹਿਬ ਪੜ੍ਹਨਾ ਚਾਹੀਦਾ ਸ਼ੁਰੂ ਕਰ ਦਿੱਤਾ। ਸਾਰੀ ਰਾਤ ਉਹਨਾਂ ਨੇ ਬੈਠ ਕੇ ਪਾਠ ਕਰੀ ਜਾਣਾ। 25 ਪਾਠ ਸਾਰੀ ਰਾਤ 'ਚ ਕਰਦੇ ਨੇ। ਮਹਾਰਾਜ ਦੀ ਕਿਰਪਾ ਹੋਈ 3 ਕੁ ਮਹੀਨਿਆਂ ਬਾਅਦ ਹੀ ਬਖਸ਼ਿਸ਼ ਹੋ ਗਈ ਉਹਨਾਂ ਤੇ। 6 ਮਹੀਨਿਆਂ 'ਚ ਹੋਰ। ਅੱਜ ਬਹੁਤ ਮਹਾਰਾਜ ਦੀ ਕਿਰਪਾ ਉਹਨਾਂ ਤੇ। ਇਹ ਬਾਣੀ ਜਿੱਦਾਂ ਆਪਾਂ ਬਹਿ ਕੇ ਪਿਆਰ ਨਾਲ ਕੰਨਾਂ ਵਿੱਚ ਬਾਣੀ ਨੂੰ ਸੁਣੀ ਜਾਈਏ, ਹੌਲੀ ਹੌਲੀ ਧੀਰਜ ਨਾਲ, ਸਹਿਜ ਨਾਲ। ਇਹ ਤਾਂ ਨਹੀਂ ਕਿ ਸਾਰੇ ਬੰਦੇ ਹੀ ਬਿਜੀ ਨੇ ਇੱਥੇ। ਕਈ ਬਜ਼ੁਰਗਾਂ ਕੋਲ ਬਹੁਤ ਟਾਈਮ ਹੈ, ਕਈਆਂ ਕੋਲ ਹੈ ਉਹ ਖਾਲੀ ਬੈਠੇ ਰਹਿੰਦੇ। ਫਿਰ ਆਮ ਤੌਰ ਤੇ ਦੇਖਿਆ ਸੀ ਕੈਨੇਡਾ ਦੇ ਵਿੱਚ ਵੀ ਪਾਰਕਾਂ 'ਚ ਤਾਸ਼ ਹੀ ਖੇਡੀ ਜਾਂਦੇ, ਹੋਰ ਨਹੀਂ ਜੇ, ਹੋਰ ਕੋਈ ਕੰਮ ਨਹੀਂ ਉਹਨਾਂ ਨੂੰ। ਇਹ ਨਹੀਂ ਕਿ ਅਸੀਂ ਜਪਜੀ ਸਾਹਿਬ ਦੇ 25-25 ਪਾਠ ਕਰ ਲਈਏ, ਜ਼ਿੰਦਗੀ ਆਪਣੀ ਬਰਬਾਦ ਹੋਣੋਂ ਬਚਾ ਲਈਏ। ਕਹਿਣਗੇ ਸਾਡੇ ਤੋਂ ਬੁੜੇ ਹੋ ਗਏ, ਹੁਣ ਪੜ੍ਹਿਆ ਨਹੀਂ ਜਾਂਦਾ। ਪਹਿਲਾਂ ਕਹਿੰਦੇ ਸੀ ਜਵਾਨੀਆਂ ਖਾ ਪੀ ਲਈਏ। ਜੇ ਉਹ ਚਾਹਣ ਤਾਂ ਪਾਰਕ ਦੇ ਵਿੱਚ ਇੱਕ ਟੇਪ ਰਿਕਾਰਡ ਲੈ ਲੈਣ, ਲੈ ਕੇ, ਜਾਂ ਕੋਈ ਮਸ਼ੀਨ ਦੂਜੀ ਮਿਲ ਜਾਂਦੀ ਆ, ਉਹਦੇ 'ਚ ਜਪਜੀ ਸਾਹਿਬ ਦਾ ਪਾਠ ਚੱਲੇ, ਫੇਰ ਚੱਲੇ, ਫੇਰ ਚੱਲੇ। ਉਹ ਸਾਰੇ ਬਜ਼ੁਰਗ ਬਹਿ ਕੇ ਪਾਠ ਸੁਣਨ ਤਾਂ ਕਿਉਂ ਨਹੀਂ ਭਲਾ ਹੋਏਗਾ ਉਹਨਾਂ ਦਾ। ਪਰ ਇਹ ਵੀ ਦੇਖਿਆ ਜਾਂਦਾ ਕਿ ਜਿਹਨੇ ਤਰਨਾ ਨਹੀਂ ਉਹਨੂੰ ਤਰਨਾ ਹੀ ਨਹੀਂ, ਜਿਹਨੇ ਡੁੱਬਣਾ ਉਹਨੇ ਡੁੱਬਣਾ ਹੀ ਆ। ਪਰ ਫਿਰ ਵੀ ਕੋਸ਼ਿਸ਼ ਕਰੇ ਮੈਂ ਨਿਕਲ ਜਾਵਾਂ ਇਸ ਸੰਸਾਰ ਸਾਗਰ ਚੋਂ। ਸਨੈ ਸਨੈ ਮਨ ਨਿਰਮਲ ਹੋਏ, ਗਤ ਪਾਵੈ ਭਵ ਬੰਧਨ ਖੋਏ। ਹੌਲੀ ਹੌਲੀ ਬੰਦੇ ਦਾ ਮਨ ਨਿਰਮਲ ਹੋ ਜਾਂਦਾ, ਕਲਿਆਣ ਪ੍ਰਾਪਤ ਕਰ ਲੈਂਦਾ, ਸੰਸਾਰ ਸਾਗਰ ਦੇ ਬੰਧਨ ਕੱਟੇ ਜਾਂਦੇ ਨੇ। ਸ਼ਬਦ ਅਭਿਆਸ ਕੀਓ ਨਰ ਜਾਹੀ, ਰਹਿਓ ਨ ਕਰਨੋ ਕ੍ਰਿਤ ਕਿਛ ਤਾਹੀ। ਜਿਹੜੇ ਬੰਦੇ ਨੇ ਸ਼ਬਦ ਦਾ ਅਭਿਆਸ ਕਰ ਲਿਆ, ਸ਼ਬਦ ਸਾਰਾ ਹੀ ਭਾਵ ਸਾਰੀ ਗੁਰਬਾਣੀ ਸ਼ਬਦ, ਜਪਜੀ ਸਾਹਿਬ ਦਾ ਪਾਠ, ਹੋਰ ਸ਼ਬਦਾਂ ਦਾ ਅਭਿਆਸ, ਮੂਲ ਮੰਤਰ ਦਾ, ਗੁਰਮੰਤਰ ਦਾ, ਇਹ ਸਭ ਸ਼ਬਦ ਹੈ। ਉਹਨੂੰ ਹੋਰ ਕੋਈ ਕੰਮ ਕਰਨਾ ਬਾਕੀ ਨਹੀਂ। ਫਿਰ ਬਸ ਉਹਨੇ ਸਭ ਕੁਝ ਕਰ ਲਿਆ ਜਿਹਨੇ ਪਾਠ ਕਰ ਲਿਆ। ਆਪਾਂ ਕਹਿੰਦੇ ਆ ਪਾਠ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਕੰਮ ਕਰ ਲਈਏ। ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰ ਲਓ, ਕੰਮ ਫੇਰ ਹੋ ਜਾਣਾ। ਪਾਠ ਕਰਕੇ ਕੰਮ ਕਰੋ ਤਾਂ ਕੰਮ ਛਿੰਨ 'ਚ ਹੋ ਜਾਂਦਾ। ਪਾਠ ਤੋਂ ਪਹਿਲਾਂ ਕੰਮ ਕਰੋ, ਨਾ ਕੰਮ ਸਿਰੇ ਲੱਗਦਾ ਨਾ ਹੁੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਪਾਠ ਕਰਕੇ, ਅਰਦਾਸ ਕਰਕੇ ਆਪਣਾ ਕਾਰਜ ਕਰੀਏ ਤਾਂ ਫਿਰ ਕੰਮ ਸੁਖੱਲਾ ਹੁੰਦਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਜੋ ਸਾਰੀ ਸੰਗਤ ਨੂੰ ਦੱਸਿਆ ਕਿ ਮਹਾਰਾਜ ਜਪਜੀ ਸਾਹਿਬ ਦਾ ਕਿੰਨਾ ਕੁ ਸੰਗਤ ਲਈ ਮਹਾਤਮ ਹੈ, ਪੜ੍ਹਨ ਦਾ ਕੀ ਭਾਵ ਫਲ ਹੈ। ਮਹਾਰਾਜ ਕਹਿਣ ਲੱਗੇ 3 ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ। 10ਵੇਂ ਪਾਤਸ਼ਾਹ ਕਹਿਣ ਲੱਗੇ 3 ਵਾਰ ਗੁਰਾਂ ਨੇ ਕਿਹਾ ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ, ਇਹ ਅਮੋਲ ਰਤਨ ਹੈ। ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ। ਜਪਜੀ ਸਾਹਿਬ ਤਾਂ ਮੈਨੂੰ ਮੰਨੋ ਇੱਕ ਚੋਲਾ ਮਿਲ ਗਿਆ ਖਾਣ ਨੂੰ, ਬਹੁਤ ਵਧੀਆ ਚੀਜ਼। ਜਿਵੇਂ ਹਰ ਕਾ ਨਾਮ ਊਹਾਂ ਸੰਗ ਤੋਸਾ, ਉਹੀ ਚੀਜ਼ ਹੈ ਚੋਲਾ। ਮਿਲਾ ਕੇ ਚੋਲਾ ਬਣਾਉਂਦੇ ਸੀ, ਰੋਟੀ ਆਦਿ ਚੂਰੀ ਜਿਵੇਂ ਬਣਾਉਂਦੇ ਆਪਾਂ, ਖੰਡ ਪਾ ਕੇ ਜਾਂ ਸ਼ੱਕਰ ਪਾ ਕੇ, ਘਿਓ ਪਾ ਕੇ ਰੋਟੀ ਨੂੰ। ਏਕ ਓੰਕਾਰ ਕਹੋ ਪੁਨ ਸਤਿਗੁਰੂ ਪ੍ਰਸਾਦ, ਸਤਨਾਮ ਕਰਤਾ ਪੁਰਖ ਜਪੈ ਜਾਪ ਅਹਿਲਾਦ। ਇਹ ਜਿਹੜਾ ਮਹਾਰਾਜ ਕਹਿੰਦੇ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਪੇ ਜਾਪ ਤਨ ਤਾਪ ਖਪ, ਆਰ ਬਲਾ ਵਧ ਜਾਏ। ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਸਰੀਰ ਦੇ ਤਾਪ ਆਦਿ ਵਿਆਧੀ ਉਪਾਧੀ ਨਾਸ ਹੀ ਹੋ ਜਾਂਦੇ ਤੇ ਉਮਰ ਵੱਧ ਜਾਂਦੀ ਹੈ ਉਹਦੀ। ਕਰੈ ਕਾਮਨਾ ਜਥਾ ਔਰ ਤਥਾ ਜਾਪ ਤੇ ਪਾਏ। ਜਿਹੜੀ ਮਨ ਦੀ ਇੱਛਾ ਉਹ ਜਪਜੀ ਸਾਹਿਬ ਦੇ ਪਾਠਾਂ ਨਾਲ ਪੂਰੀ ਹੁੰਦੀ। ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਕਿਉਂਕਿ ਸਿੱਖ ਦਾ ਤਾਂ ਹੋਰ ਕੋਈ ਨਹੀਂ ਨਾ। ਸਿੱਖ ਨੇ ਤਾਂ ਗੁਰੂ ਨੂੰ ਮੰਨਣਾ, ਸ਼ਬਦ ਨੂੰ ਮੰਨਣਾ। ਇਸ ਕਰਕੇ ਸ਼ਬਦ ਨਹੀਂ ਸਾਡੇ ਕੰਮ ਕਰਨੇ ਨੇ। ਸਿੱਖ ਦੇ ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਕਹਿੰਦੇ ਨਾਰੀ ਸੁਤ ਕੇ ਕਾਰਨੇ ਅਖਰ ਜਪ ਅਰਧੈਨ, ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬਹੁ ਚੈਨ। ਵਿਆਹ ਸ਼ਾਦੀ ਆਦਿ ਕਰਾਉਣਾ ਪੁੱਤਰ ਦੇ ਵਾਸਤੇ ਜਪਜੀ ਸਾਹਿਬ ਦੇ ਪਾਠ ਕਰੇ, ਕਿਸੇ ਵੀ ਕੰਮ ਲਈ ਕਰੇ। ਕਿਉਂਕਿ ਸੰਗਤ ਮਹਾਰਾਜ ਕੋਲ ਸਾਰੇ ਤਰ੍ਹਾਂ ਦੀ ਆਉਂਦੀ। ਮਹਾਰਾਜ ਸਾਡਾ ਆਹ ਕੰਮ ਨਹੀਂ ਬਣਦਾ, ਕਿਰਪਾ ਕਰੋ, ਆਹ ਕੰਮ ਨਹੀਂ ਬਣਦਾ।
सतगुरु का एक तरीका सी कि जे गुरबाणी नाल जुड़ गया, गुरबाणी अंदर एक फरमान है, अपने लोभ को कीनो मीत, जिन्हां ने रब नूं अपने लोभ वास्ते भी मित्र बना लिया ना, महाराज कहते उन्हां नूं सारा कुछ ही मिल जाता, क्योंकि वो चीज तो रब जी ने दे ही देनी, पर जुड़ गया रब नाल, इस करके उतर गया। अब सुनिए एक जप पढ़ै सतगुर सिख के संग। जे एक जपजी साहब का पाठ करदा सतगुरु दे नाल, भुगत मुक्त बख्शी गुरु दरगह जाहे निसंग। भुगतियां मुक्तियां सारियां बख्शिश करदे जपजी साहब का। कई कहते इको ही पाठ करना चाहिए, फिर एक पाठ बहुत प्यार नाल करे 2 घंटे च। गल तो 2 घंटिया की है, 2 घंटे कर लो आराम नाल। जिवें कोई महात्मा बारे पहला भी दस्या सी, वो जपजी साहब सवेरे शुरू करते 2 बजे, रात नूं जाके भोग पाउंदे इक्को पाठ का। उन्हें एक पंक्ति नूं पढ़ी जाना, फिर हिरदे च वसाउणा, फिर अगे चलना। तां ते ये कोई हासा खेडा तो है ही नहीं भी उही बाणी छेती नाल फटाफट मुकाया पाठ, काम मुक्या, मैं जपजी साहब पढ़िया, मैं काम तो बनया नहीं। फिर ऐ भी कहण लग जाते ओछे मना वाले, काले मना वाले, हौले मना वाले सिख, ऐसा कह दिंदे ने। झट गुरु साहब नूं दोष, पा बाणी नूं दोष। ये नहीं समझते कि दोष मेरे ते कितना भारू पैना मुड़ के बाद च। सब प्रसंग के अंत में कह 10वें पातशाह हो, करियो नेम नित जप पढ़े, सब बैल लग निर्बाहो। महाराज कहने सारी जिंदगी निभाउणा है जपजी साहब का पाठ। ये तो बिना तो रोटी खानी नहीं, ये तो बिना तो जिंदगी नहीं शुरू हुंदी सिख दी। एक पाठ समाप्त दूजा शुरू, एक समाप्त दूजा शुरू, मैं चली जाना। ਜਿਹੜੇ छोटे छोटे कामकार दूजा तीजे तो फिर आपे ही होई जांदे ने। जिन्हां चीज़ां दी आपां चिंता करदे आं, माया दी चिंता करदे आं, होर चिंता करदे आं, वो सारी गड्डी अपने आप ही लाइन ते आउंदी जांदी, लोड़ ही नहीं पैंदी कुछ करन दी। आत्मदर्शी की गति प्राप्त तिसको होए। कहंदे आत्मदर्शी हुंदा ब्रह्म ज्ञानी। आप भी सत्य पातशाह लिखिया ना, रे मन ऐसो कर संन्यासा वाले शब्द विच, आत्मदर्शी तब ही आत्म तत्व को दर्शे, परम पुरख कह पावै। रह संग ते सतगुरु पाए सहायक सोए। सतगुरु ਉਹਦੇ ਨਾਲ ही ਰਹਿੰਦੇ ने, फिर सहायक ਹੁੰਦੇ ने। सतगुरु वाकई ਨਾਲ ਰਹਿੰਦੇ ਨੇ, ਇਹ ਗੱਲ ਪੱਕੀ ਹੈ। ਜਦੋਂ ਆਪਾਂ ਪਾਠ ਕਰਦੇ ਹਾਂ ना, जिस ਸਰੂਪ ਦਾ ਉਹ ਸਰੂਪ ਆਪਣੇ ਕੋਲ ही ਹੁੰਦਾ ਉਦੋਂ। बस फर्क इन्ना कि अखां जरा वो है नहीं ना देखण वालियां, नहीं तो महाराज तो नाल ही ने। जिहड़ी बाणी पढ़ी जपजी साहब पढ़ी जाओ, सतगुरु कोल ही ने, किते नहीं गए। सतगुरु ने किहड़ा जाना हुंदा, सर्व व्यापक ने सतगुरु। सर्व व्यापक होण करके सतगुरु साडे कोल ही तां रहिंदे ने हर वक्त। महसूस करी जाओ मेरे नाल ने, मेरे नाल ने। एक दिन दिखण भी लग जांदे ने भी हाँ मेरे नाल ही ने। इत्थे तक जाना आपां ने। रह संग ते सतगुरु पाए सहायक सोए। कहने सहायक पाउंदा, हाँ बई महाराज ने मेरी मदद की है, इत्थे मेरी मदद की है। पता ही नहीं लगता कि सच्चे पातशाह ने काम किहड़े वेले कर दिते सारे। किवें जी, ज्यों धन्ने के धेन को ठाकुर चारै नित। धन्ने दियां गऊआं रब रोज चारदा सी। धन्निया तू खा ला रोटी, कोई नहीं मैं गऊआं चारदा तेरियां। ये नहीं कि एक दिन गऊआं चारियां, सारी जिंदगी गऊआं चारियां होंदियां। धन्निया तेरे काम मैं करदा। क्योंकि रब जी तो जिन्ने मर्जी रूप धारण कर लैण, जिन्ने बंदे उन्ने ही रूप धार लैंदे ने। इस करके सतगुरु महाराज 10वें पातशाह कहने जिवें धन्ने दे काम सवार दिते, तुहाडे भी सवारदा। कर प्रतीत नित जप पढ़े, तिम तेह सतगुर मित। जिहड़ा प्रतीति नाल, भरोसे नाल, प्यार नाल जपजी साहब पढ़दा, जिवें सतगुरु साडे मित्र ने, जपजी साहब भी साडा मित्र है, बाणी साडी मित्र है। पार ब्रह्म भयो साथी, बाणी साडी सहायक है। रिश्तेदार छड़ जाणगे, छड़ जाण, दोस्त छड़ जाणगे, दुनिया सारी छड़ जू, पर जपजी साहब पढ़िया होया साडा साथ नहीं छड़दा। समुंदर सिड़ देवे कोई उत्थों कढ़ लियाउणा जपजी साहब ने, अग च सिड़ देवे भाई विधि चंद अग च भज के वड़ गए, गुरां ने उत्थों बचा लिया। भाई मती दास जी कहते महाराज शहीदी तो पाउणी है, किरपा करो। कहने जपजी साहब तू पढ़दा ही रोज, किन्ने पाठ करदा,
ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰੀ ਜਾਈਂ, ਕੁਛ ਨਹੀਂ ਹੋਏਗਾ ਤੈਨੂੰ। ਜਪਜੀ ਸਾਹਿਬ ਦਾ ਪਾਠ ਕਰੀ ਗਏ, ਆਨੰਦ ਨਿਮਗਨ, ਆਓ ਗੁਰਾਂ ਦੀ ਕਿਰਪਾ ਰਹੀ ਉਹਨਾਂ ਦੇ ਉੱਤੇ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤਾਂ ਜਪਜੀ ਸਾਹਿਬ ਪੜ੍ਹੋ, ਫਿਰ ਮੈਂ ਨਾਲ ਹੀ ਹੁੰਨਾ। ਪੜ੍ਹੈ ਸੁਣੈ ਚਿਤ ਲਾਏ ਕੈ, ਜਾਓ ਲਿਖ ਦੇ ਸਪ੍ਰੀਤ। ਕਹਿੰਦੇ ਜਪਜੀ ਸਾਹਿਬ ਨੂੰ ਪੜ੍ਹੇ ਵੀ ਸੁਣੇ ਵੀ ਚਿੱਤ ਲਾ ਕੇ। ਉਦੋਂ ਪ੍ਰੈਸ ਨਹੀਂ ਸੀ ਹੁੰਦੀ, ਕੋਈ ਪੋਥੀਆਂ ਗੁੜ ਕੇ ਛਪਦੇ ਹੀ ਨਹੀਂ ਸੀ ਹੁੰਦੇ। ਕਹਿੰਦੇ ਫਿਰ ਸਿੱਖ ਜਪਜੀ ਸਾਹਿਬ ਦਾ ਪਾਠ ਲਿਖ ਕੇ ਦੂਜੇ ਸਿੱਖ ਨੂੰ ਦੇਵੇ ਪ੍ਰੀਤੀ ਨਾਲ, ਉਹਦਾ ਬਹੁਤ ਫਲ ਹੁੰਦਾ ਸੀ। ਕਿਸੇ ਨੂੰ ਪੋਥੀ ਦੇਣ ਦਾ ਬਹੁਤ ਫਲ ਮੰਨਦੇ ਸੀ। ਮਨ ਚਿੰਤਿਤ ਫਲ ਪਾਈਐ, ਤਰ ਹੈ ਸੁਖ ਭੈ ਭੀਤ। ਭੈ ਭੀਤ ਜਿਹੜਾ ਸੰਸਾਰ ਸਾਗਰੇ ਤੋਂ ਤਰ ਜਾਂਦਾ ਹੈ, ਸੁਖ ਮਿਲ ਜਾਂਦੇ ਨੇ, ਮਨ ਚਿੰਤਿਤ ਫਲ ਮਿਲਦੇ ਨੇ। ਹੁਣ ਵੀ ਜਿੱਥੇ ਕਿਤੇ ਲੋੜ ਹੈ, ਮਹਾਰਾਜ ਦੇ ਸਰੂਪ ਦੀ ਲੋੜ ਹੈ, ਸੇਵਾ ਕਰੋ। ਕਿਸੇ ਗੁਰਸਿੱਖ ਨੂੰ ਪੋਥੀ ਦੀ ਲੋੜ ਆ, ਉਹਨੂੰ ਪੋਥੀ ਲਿਆ ਕੇ ਦਿਓ, ਇਹਦਾ ਵੀ ਫਲ ਮਿਲਦਾ। ਕੋਈ ਬਜ਼ੁਰਗ ਚਾਹੁੰਦਾ ਮੈਨੂੰ ਕੋਈ ਮਾਲਾ ਹੀ ਦੇ ਦਿੰਦਾ, ਮਾਲਾ ਦਿਓ। ਕੋਈ ਰਹਿਤਵਾਨ ਆ, ਕਹਿੰਦੇ ਕੰਘਾ ਮੇਰਾ ਟੁੱਟ ਗਿਆ, ਹੁਣ ਮਿਲ ਨਹੀਂ ਰਿਹਾ, ਕੰਘਾ ਦਿਓ ਉਹਨੂੰ। ਕਿਉਂ ਸਿੱਖ ਦੀ ਸੇਵਾ ਕਰੇ, ਰਹਿਤ ਵਿੱਚ ਸੇਵਾ ਕਰੇ। ਲਓ ਜੀ ਸਾਡੇ ਕੋਲ ਬਹੁਤ ਕੰਘੇ ਨੇ, ਤੁਸੀਂ ਆਹ ਲਓ ਜੀ। ਕਿਸੇ ਨੂੰ ਗਾਤਰੇ ਕਿਰਪਾਨ ਪੁਰਾਣੀ ਆ ਲਓ ਜੀ, ਨਵੀਂ ਪਹਿਨੋ, ਸੋਹਣੀ ਕਿਰਪਾਨ ਪਾਓ ਜੀ, ਕਛਹਿਰੇ ਲਿਆ ਕੇ ਦਿਓ। ਪਹਿਲਾਂ ਗੁਰਸਿੱਖ ਬਹੁਤ ਸੇਵਾ ਕਰਿਆ ਕਰਦੇ ਇੱਕ ਦੂਜੇ ਦੀ। ਆ ਜਥੇ ਵਿੱਚ ਜਦੋਂ ਅਸੀਂ ਰਹਿੰਦੇ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਕਿੰਨੇ ਸਾਲ ਹੀ ਬਾਹਰ ਚਲੇ ਜਾਣਾ, ਕਿੱਕਰ ਤੋਂ ਦਾਤਣਾ ਤੋੜ ਕੇ ਲਿਆ ਕੇ ਸਾਰਿਆਂ ਨੂੰ ਵੰਡਣੀਆਂ। ਲਓ ਵੀ ਸਿੰਘੋ ਸਵੇਰੇ ਦਾਤਣਾ ਕਰ ਲਿਓ, ਨਾਲੇ ਇੰਨੇ ਕੰਡੇ ਲੱਗ ਜਾਂਦੇ ਸੀ ਹੱਥਾਂ 'ਚ। ਸਿੰਘਾਂ ਦੀ ਸੇਵਾ ਬਹੁਤ ਕਰਦੇ ਹੁੰਦੇ ਸੀ, ਦਾਤਣਾ ਲਿਆ ਕੇ ਦਿੰਦੇ ਹੁੰਦੇ ਸਾਨੂੰ। ਕਛਹਿਰੇ ਧੋ ਦਿੰਦੇ ਹੁੰਦੇ ਸੀ ਚੋਰੀ ਹੋਈ, ਪਤਾ ਨਹੀਂ ਸੀ ਲੱਗਦਾ ਸਾਨੂੰ ਵੀ ਕਿਹੜੇ ਵੇਲੇ ਧੋ ਕੇ ਸੁੱਕਣੇ, ਨੀਲ ਦੇ ਕੇ ਵੀ ਪਾ ਦੇ। ਜੋੜੇ ਸਿੰਘਾਂ ਦੇ ਸਾਰੀ ਰਾਤ ਨੂੰ ਝਾੜ ਦੇਣੇ, ਸਵੇਰੇ ਸੌਂ ਜਾਣਾ। ਸਿੰਘਾਂ ਦੇ ਜੂਠੇ ਭਾਂਡੇ ਮਾਂਜ ਦੇਣੇ, ਝਾੜੂ ਦੇ ਦੇਣਾ। ਰਾਤ ਨੂੰ ਸੇਵਾ, ਦਿਨੇ ਪਾਠ, ਗੁਪਤ ਰੂਪ ਵਿੱਚ ਸਾਰਾ ਕੰਮ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲ ਗੁਰਸਿੱਖ, ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਇਸ ਤਰ੍ਹਾਂ ਜਿਹੜਾ ਹੈ ਨਾ ਕਿ ਲਿਖ ਕਰਕੇ ਜਪਜੀ ਸਾਹਿਬ ਦਾ ਪਾਠ ਗੁਰਸਿੱਖ। ਬਾਬਾ ਦੀਪ ਸਿੰਘ ਜੀ ਧੰਨ ਹੈ। ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ 4 ਤਖਤਾਂ ਤੇ ਤਾਂ ਪਤਾ ਆਪਾਂ ਨੂੰ, ਬਹੁਤ ਸਰੂਪ ਬਾਬਾ ਜੀ ਨੇ ਹੱਥੀਂ ਲਿਖੇ। ਇੱਕ ਸਰੂਪ ਅਰਬੀ 'ਚ ਲਿਖਿਆ ਹੋਇਆ ਪਿਆ, ਬਾਬਾ ਜੀ ਨੇ ਅਰਬੀ 'ਚ ਸਰੂਪ ਲਿਖਿਆ। 5 ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ, 10 ਗ੍ਰੰਥੀ ਬਾਬਾ ਦੀਪ ਸਿੰਘ ਦੀ ਹੱਥੀਂ ਲਿਖਤਾ। ਆ ਭਾਈ ਮਨੀ ਸਿੰਘ ਤੋਂ ਮਹਾਰਾਜ ਨੇ ਲਿਖਵਾਇਆ ਸੀ ਸ੍ਰੀ ਹਜੂਰ ਸਾਹਿਬ ਹੀਰਾ ਘਾਟ ਗੁਰਦੁਆਰੇ, ਸਾਰਾ ਦਸਮ ਦੀ ਬਾਣੀ ਉੱਥੇ ਲਿਖਵਾਈ, ਉੱਥੇ ਹੀ ਕਥਾ ਕੀਤੀ ਸੀ ਇਹਦੀ ਆਪ। ਇਸ ਤਰ੍ਹਾਂ ਇਹ ਜਿਹੜੀਆਂ ਛੋਟੀਆਂ ਪੋਥੀਆਂ ਬਣਾਈਆਂ ਇਹ ਸਾਰੀਆਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੇ ਲਿਖੀਆਂ। ਤਾਈਓ ਜਿਹੜੀ 5 ਗ੍ਰੰਥੀ 'ਚ ਰਹਿ ਰਾਸ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਉਹਦੇ 'ਚ ਲਿਖੀ, ਜਿਹੜੀ ਉਹ ਰਹਿ ਰਾਸ ਸੀ ਸਾਰੇ ਪੁਰਾਤਨ ਗੁਰਸਿੱਖ ਤਾਈਓ ਪੜ੍ਹਦੇ ਨੇ। ਚੰਗਾ ਹੋਊਗਾ ਜੇ ਇਹ ਰਹਿ ਰਾਸ ਦੁਬਾਰਾ ਪੜ੍ਹਨ ਲੱਗ ਜਾਣ, ਵਧੀਆ ਰਹਿਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰਸਿੱਖ, ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਜਥਾ ਸ਼ਕਤ ਜਪਜੀ ਸਾਹਿਬ ਦਾ ਪਾਠ, ਜਥਾ ਸ਼ਕਤ ਹੁੰਦਾ ਜਿੰਨੀ ਕੁ ਤਾਕਤ ਹੈ, ਜਿੰਨੀ ਹਿੰਮਤ ਹੈ। 5 ਦੀ ਹਿੰਮਤ ਹੈ 5 ਕਰੋ, 10 ਦੀ ਹਿੰਮਤ ਹੈ 10 ਕਰੋ। ਔਰ ਜਿਹੜੇ ਗੁਰਸਿੱਖ ਦੀ ਗੱਲ ਪਹਿਲਾਂ ਦੱਸੀ ਨਿਊ ਜਰਸੀ ਵਾਲੇ ਦੀ, ਉਹਨੇ ਸ਼ਨੀਚਰਵਾਰ ਛੁੱਟੀ ਲੈ ਕੇ 101 ਜਪਜੀ ਸਾਹਿਬ ਕਰਨਾ ਸਾਰੇ ਦਿਨ 'ਚ। ਆਮ ਦਿਨਾਂ 'ਚੋਂ 25 ਕਰਦਾ ਸੀ। ਇਹ ਤਾਂ ਸ਼ੌਂਕ ਹੁੰਦਾ, ਜਿਹੜਾ ਚੱਲ ਪੈਂਦਾ ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਆਦਿ ਸੱਚ ਜੁਗਾਦ ਸੱਚ ਹੈ, ਪੀ ਸੱਚ ਬਖਾਨ, ਨਾਨਕ ਹੋਸੀ ਪੀ ਸੱਚੇ, ਪੌੜੀ ਪੜ੍ਹੋ ਪ੍ਰਮਾਨ। ਕਹਿੰਦੇ ਨੇ ਪਹਿਲਾਂ ਸਾਰੀ ਇਹ ਪੌੜੀ ਜਿਹੜੀ ਹੈ ਨਾ ਪ੍ਰਤੱਖ ਸਾਹਮਣੇ ਪੜ੍ਹੇ, ਹੌਲੀ ਹੌਲੀ ਧਿਆਨ ਦੇ ਨਾਲ। ਸਿਰੈ ਮੰਤਰ ਸਭ ਪੌੜੀਆਂ, ਇਹ ਪੌੜੀ ਲਖ ਸਾਰ। ਇਹ ਜਿਹੜੀ ਏਕੇ ਤੱਕ ਸਾਰੀ ਪੌੜੀ ਹੈ ਨਾ, ਮੂਲ ਮੰਤਰ ਦਾ ਪਾਠ, ਇਹ ਸਾਰੀਆਂ ਸ਼੍ਰੋਮਣੀ ਪੌੜੀਆਂ ਦੀ ਸ਼੍ਰੋਮਣੀ ਪੌੜੀ ਹੈ। ਇਹ ਮੂਲ ਮੰਤਰ ਦਾ ਪਾਠ ਜਿਹੜਾ ਪਹਿਲਾਂ ਸ਼ੁਰੂ 'ਚ ਲਿਖਿਆ ਹੋਇਆ, ਨਾਨਕ ਹੋਸੀ ਪੀ ਸੱਚੇ, ਪੌੜੀ ਪੜ੍ਹੋ ਪ੍ਰਮਾਨ, ਸਿਰੈ ਮੰਤਰ ਸਭ ਪੌੜੀਆਂ, ਇਹ ਪੌੜੀ ਲਖ ਸਾਰ। ਅੰਤ ਸਮੇਂ ਚਲਬੇ ਗੁਰੂ ਕੀਨੋ ਇਹੀ ਉਚਾਰ। ਇਹ ਅੰਤਮ ਸਮੇਂ ਤੇ 10ਵੇਂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਸੰਗਤ ਨੂੰ। ਸਤਨਾਮ ਸਤਿਗੁਰ ਪ੍ਰਸਾਦ, ਸਿੱਧ ਮੰਤਰ ਇਹ ਜਾਨ,
राम कुआर भाखे भले साहिब सिंह सुन कान। ये कथा लिखवाई सी सारी बाबा गुरबख्श सिंह राम कुआर ने अंतरजामता नाल। उन्हां दे लिखारी लगे सी उस वक्त भाई साहिब सिंह। इस करके हम भी जब कब जपत हैं यही मंत्र बरसार, गुर धर के अवतार को कीनो जगत उधार। जो महाराज सच्चे पातशाह ने सारे जग का उधार किया है, तो महाराज ने ये जपजी साहब का, क्योंकि मुड़ मुड़ के तो कथा नहीं होनी, ना ही नहीं संगत ने ध्यान देना। जपजी साहब का जिवें महात्म पता लग जाता, फिर गुरसिख कंठ करते हैं, गुरसिख पढ़ते हैं, जपजी साहब तो लाभ लेंदे ने। सलोक ये जिहड़ा है सस्सा लल्ले होड़ा कक्का, सलोक वाले 3 अखरां की गिनती समेत सलोक दे 103 अखर ने कुल। शुरू तो लैके एक ओंकार सतनाम करता पुरख तो लैके केती छुट्टी नाल तक जपजी साहब दे कुल हुण तक 4983 अखर आए ने, भाव 4983 अखर। 4983 ही लगा मात्र है जपजी साहब दी। लोग कहते जपजी साहब मैं झट सुना दिया, जाप साहब औखा। जाप साहब सौखा, जपजी साहब औखा साडी बोली च नहीं कहते, महंगा कहते, महंगी बाणी जपजी साहब। क्योंकि जपजी साहब च लगा मात्रा इन्नियां ने, तो बहुत विचार के 6 महीने लागे सी मैनू जपजी साहब की संथ्या करदे नूं। 6 महीने नहीं सी ठीक पढ़ते, फिर कह दोबारा पढ़ो, दोबारा पढ़ो, नहीं ठीक दोबारा पढ़ो। सो इस करके सारे जपजी साहब दे विच गुरु नानक साहब का नाम 30 वारी आया। 30 बार तो आप धन गुरु नानक ही कह लेंगे। इस करके जो महाराज सच्चे पातशाह का नाम नहीं आया जिन्हां पौड़ियां विचों 6वीं पौड़ी है, 12वीं, फिर 13वीं, 14वीं, 16वीं, 17वीं, फिर 19वीं पौड़ी, 23वीं, 28वीं, 29वीं, 30वीं ते 36वीं पौड़ी च नानक नाम नहीं आउंदा। इहदे च कई पौड़ियां च 2-2 वारी नानक नाम आज आया है। 21वीं ते 27वीं पौड़ी च गुरु नानक साहब का नाम 2-2 वारी आ गया। फिर जपजी साहब दीयां पौड़ियां 38 पौड़ियां तो इलावा भी नानक पद आया कि नहीं? हाँ भाई, मूल मंत्र विच आया है नानक महाराज पद कहने आस सच जुगाद सच है भी सच, नानक होसी भी सच। अते एक बार सलोक विच भी गुरु नानक साहब का नाम आया, नानक ते मुँह खुजले केती छुट्टी नाल। इस तरह सारे जपजी साहब दे महाराज सच्चे पातशाह ने बख्शिश कीता है। सो कुल 35 अखर ने, ऊड़ा ऐड़ा ईड़ी सस्सा हाहा। जपजी साहब दे विच 32 अखरां दी वरतों कीती है महाराज ने कुल। क्यों नंगा नंया आदि अखरां दी वरतों इत्थे नहीं सी आई, इस करके 32 अखर है। 32 अखर एक बड़ी डूंगी चीज है। 40 पौड़ियां, 32 अखर, 38 पौड़ियां। तो महाराज सच्चे पातशाह ने इस करके सानू इतनी ये श्रोमणी बाणी बख्शिश की है। जपजी साहब